ओम शांति। अज 21/2/2022 ਦੀ ਸਾਕਾਰ ਮੁਰਲੀ ਹੈ। ਅੱਜ ਬਾਬਾ ਨੇ ਆਖਿਆ, ਮਿੱਠੇ ਬੱਚੇ, ਬਾਪ ਆਏ ਹਨ ਤੁਹਾਨੂੰ ਬੱਚਿਆਂ ਨੂੰ ਆਪ ਸਮਾਨ ਅਸ਼ਰੀਰੀ ਬਣਾਉਣ। ਜਦ ਤੁਸੀਂ ਅਸ਼ਰੀਰੀ ਬਣੋ ਤਾਂ ਬਾਪ ਦੇ ਨਾਲ ਚੱਲ ਸਕੋ। ਪ੍ਰਸ਼ਨ ਹੈਗਾ, ਬਾਪ ਦੇ ਕਿਸ ਫਰਮਾਨ ਤੇ ਚੱਲਣ ਵਾਲੇ ਨਿਰੰਤਰ ਯੋਗੀ ਬਣ ਸਕਦੇ ਹਨ? ਉੱਤਰ ਹੈ, ਬਾਪ ਦਾ ਪਹਿਲਾ ਫਰਮਾਨ ਹੈ ਕਿ ਬੱਚੇ, ਇਸ ਦੇਹ ਨੂੰ ਤੁਹਾਨੂੰ ਭੁੱਲਣਾ ਹੈ। ਇਸ ਨੂੰ ਭੁੱਲ ਆਪਣੇ ਨੂੰ ਆਤਮਾ ਨਿਸ਼ਚੈ ਕਰੋ ਤਾਂ ਬਾਪ ਦੀ ਯਾਦ ਨਿਰੰਤਰ ਰਹੇਗੀ। ਹਮੇਸ਼ਾ ਇੱਕ ਹੀ ਪਾਠ ਪੱਕਾ ਕਰੋ, ਮੈਂ ਆਤਮਾ ਨਿਰਾਕਾਰੀ ਦੁਨੀਆ ਦੀ ਰਹਿਣ ਵਾਲੀ ਹਾਂ। ਇਸ ਤੋਂ ਤੁਹਾਡਾ ਦੇਹ ਅਹੰਕਾਰ ਖਤਮ ਹੋ ਜਾਵੇਗਾ। ਬੁੱਧੀ ਵਿੱਚ ਕਿਸੇ ਵੀ ਦੇਹਧਾਰੀ ਦੀ ਯਾਦ ਨਾ ਆਏ ਤਾਂ ਨਿਰੰਤਰ ਯੋਗੀ ਬਣ ਸਕਦੇ ਹਾਂ। ਗੀਤ ਹੈ, ਤੁਮੇ ਪਾ ਕੇ ਹਮਨੇ ਜਹਾਂ ਪਾ ਲਿਆ। ਓਮ ਸ਼ਾਂਤੀ। ਇਹੀ ਇੱਕ ਨੇ ਕਿਹਾ, ਆਤਮਾ ਨੇ ਕਿਹਾ। ਉਸ ਦਾ ਮਤਲਬ ਮੈਂ ਸ਼ਾਂਤ ਸਵਰੂਪ ਹਾਂ। ਇਹ ਸਭ ਸਮਝਣ ਦੀਆਂ ਗੱਲਾਂ ਹਨ। ਪਹਿਲੇ ਤਾਂ ਆਪਣੇ ਨੂੰ ਆਤਮਾ ਨਿਸ਼ਚੈ ਕਰੋ। ਅਸੀਂ ਆਤਮਾ ਫਸਟ, ਬਾਅਦ ਵਿੱਚ ਇਹ ਸਰੀਰ ਮਿਲਦਾ ਹੈ। ਅਸੀਂ ਆਤਮਾ ਕਿਸ ਦੀ ਸੰਤਾਨ ਹਾਂ? ਉਸ ਸ਼ਾਂਤੀ ਦੇ ਸਾਗਰ, ਗਿਆਨ ਦੇ ਸਾਗਰ ਪਰਮਪਿਤਾ ਪਰਮਾਤਮਾ ਦੀ। ਉਹ ਹਮੇਸ਼ਾ ਸ਼ਾਂਤ ਹੈ। ਅਸੀਂ ਆਤਮਾ ਇੱਕ ਸਰੀਰ ਛੱਡ ਦੂਜਾ ਲੈਂਦੇ ਹਾਂ, ਪਾਰਟ ਵਜਾਉਂਦੇ ਹਾਂ। ਸ਼ਿਵ ਬਾਬਾ ਤਾਂ ਵਿਚਿੱਤਰ ਹੈ। ਉਸ ਆਤਮਾ ਨੂੰ ਆਪਣਾ ਚਿੱਤਰ ਨਹੀਂ ਹੈ। ਤੁਹਾਨੂੰ ਤੇ ਆਪਣਾ ਚਿੱਤਰ ਹੈਗਾ। ਬੋਲਦੇ ਰਹਿੰਦੇ ਹੋ। ਬਾਪ ਆਖਦੇ ਹਨ, ਮੈਂ ਹਮੇਸ਼ਾ ਵਿਚਿੱਤਰ ਹਾਂ। ਬ੍ਰਹਮਾ, ਵਿਸ਼ਨੂੰ, ਸ਼ੰਕਰ ਸੂਖਸ਼ਮ ਚਿੱਤਰ ਵਾਸੀ ਹਨ। ਮੈਂ ਵਿਚਿੱਤਰ ਹਾਂ। ਤੁਸੀਂ ਆਤਮਾਵਾਂ ਹੀ ਮੇਰੇ ਨਾਲ ਪਰਮਧਾਮ ਨਿਰਵਾਣ ਧਾਮ ਵਿੱਚ ਰਹਿਣ ਵਾਲੀਆਂ ਹੋ। ਬਾਬਾ ਜੋ ਵਿਚਿੱਤਰ ਹੈ, ਉਹ ਬੈਠ ਸਾਰੀਆਂ ਗੱਲਾਂ ਸੁਣਾਉਂਦੇ ਹਨ। ਤੁਸੀਂ ਆਤਮਾਵਾਂ ਸੁਣਦੀਆਂ ਹੋ। ਬਾਪ ਕਹਿੰਦੇ ਹਨ, ਮੈਨੂੰ ਯਾਦ ਕਰੋ, ਇਹ ਦੁੱਖ ਧਾਮ ਹੈ। ਕਹਿੰਦੇ ਤਾਂ ਹਨ, ਅਸੀਂ ਪਤਿਤ ਹਾਂ, ਪਰ ਆਪਣੇ ਨੂੰ ਕੋਈ ਪਤਿਤ ਸਮਝਦਾ ਨਹੀਂ। ਅਜਿਹਾ ਪਤਿਤ ਕਿਸ ਨੇ ਬਣਾਇਆ, ਇਹ ਵੀ ਨਹੀਂ ਜਾਣਦੇ। ਬਾਪ ਨੇ ਤਾਂ ਨਹੀਂ ਬਣਾਇਆ ਨਾ। ਬਾਪ ਦੀ ਤਾਂ ਮਹਿਮਾ ਗਾਉਂਦੇ ਨੇ। ਤੁਸੀਂ ਮਾਤ ਪਿਤਾ, ਅਸੀਂ ਬਾਲਕ ਤੇਰੇ। ਤੁਹਾਡੇ ਤੋਂ ਜੋ ਸੁੱਖ ਕਨੇਰੇ ਮਿਲੇ ਹੋਏ ਸੀ, ਉਸ ਨੂੰ ਸਾਰੇ ਭਾਰਤਵਾਸੀ ਯਾਦ ਕਰਦੇ ਹਨ। ਸਭ ਬ੍ਰਦਰਹੁੱਡ ਹਨ। ਫਿਰ ਜਦ ਜਿਸਮਾਨੀ ਬਣਦੇ ਹਨ, ਪ੍ਰਜਾਪਿਤਾ ਬ੍ਰਹਮਾ ਦੁਆਰਾ ਰਚਨਾ ਹੁੰਦੀ ਹੈ। ਆਤਮਾਵਾਂ ਤੇ ਹੈ ਹੀ ਅਵਿਨਾਸ਼ੀ, ਪਰ ਫਾਦਰਹੁੱਡ ਤਾਂ ਨਹੀਂ ਕਹਾਂਗੇ ਨਾ। ਸੰਨਿਆਸੀ ਲੋਕ ਕਹਿੰਦੇ ਹਨ, ਸ਼ਿਵੋਹਮ ਤਤਵਮ, ਪਰੰਤੂ ਖੁਦ ਨੂੰ ਜਾਣਦੇ ਹੀ ਨਹੀਂ। ਫਿਰ ਕਹਿ ਦਿੰਦੇ ਨੇ ਈਸ਼ਵਰ ਸਰਵਵਿਆਪੀ ਹੈ, ਤਾਂ ਫਿਰ ਤਾਂ ਸਭ ਫਾਦਰ ਹੋ ਜਾਂਦੇ ਹਨ ਨਾ। ਇਹ ਤਾਂ ਬੇਵਕੂਫੀ ਹੋ ਗਈ। ਬੱਚੇ ਪੁਕਾਰਦੇ ਹੀ ਹਨ ਮੁਕਤੀ ਅਤੇ ਜੀਵਨ ਮੁਕਤੀ ਦਾ ਵਰਸਾ ਲੈਣ ਲਈ। ਤਾਂ ਜਦ ਇੱਥੇ ਆਉਂਦੇ ਹੋ ਤਾਂ ਹੀ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ। ਅਸੀਂ ਆਤਮਾਵਾਂ ਹਾਂ। ਇਵੇਂ ਨਹੀਂ ਕਿ ਅਸੀਂ ਪਰਮਾਤਮਾ ਹਾਂ। ਨਹੀਂ, ਅਸੀਂ ਆਤਮਾਵਾਂ ਪਰਮਪਿਤਾ ਪਰਮਾਤਮਾ ਦੇ ਸਭ ਬੱਚੇ ਬ੍ਰਾਹਮਣ ਬ੍ਰਾਹਮਣੀਆਂ ਹਾਂ। ਤੁਸੀਂ ਸਭ ਬ੍ਰਹਮਾ ਦੇ ਬੱਚੇ ਅਤੇ ਸ਼ਿਵ ਬਾਬਾ ਦੇ ਪੋਤਰੇ ਠਹਿਰੇ। ਸਭ ਯਾਦ ਕਰਦੇ ਹਨ ਪਰਮਪਿਤਾ ਪਰਮਾਤਮਾ ਨੂੰ। ਉਹ ਗੋਡ ਫਾਦਰ ਉਸ ਨੂੰ ਆਖਦੇ ਹਨ। ਫਿਰ ਉਹਨਾਂ ਨੂੰ ਸਰਵਵਿਆਪੀ ਕਹਿਣ ਲੱਗ ਪਏ ਨੇ। ਵਰਸਾ ਫਿਰ ਕਿੱਥੋਂ ਮਿਲੇਗਾ? ਭਗਤੀ ਮਾਰਗ ਵਿੱਚ ਸਭ ਕਹਿੰਦੇ ਹਨ। ਫਿਰ ਉਹਨਾਂ ਨੂੰ ਸਰਵਵਿਆਪੀ ਕਹਿਣਾ ਤਾਂ ਗਲਤ ਹੋ ਗਿਆ। ਭਗਵਾਨ ਨੂੰ ਯਾਦ ਸਾਰੇ ਕਰਦੇ ਨੇ। ਭਗਵਾਨ ਹੈ ਹੀ ਇੱਕ। ਤੁਸੀਂ ਸਭ ਭਗਤ ਹੋ। ਤੁਸੀਂ ਸਭ ਨੂੰ ਬਾਪ ਆਏ ਹੀ ਹਨ ਨਾਲ ਲੈ ਜਾਣ ਲਈ।
ਉਹ ਬਾਪ ਹੈ, ਬਾਕੀ ਸਭ ਬੱਚੇ ਹਨ, ਤਾਂ ਹੋਰ ਕਿਸੇ ਨੂੰ ਯਾਦ ਨਾ ਕਰੋ। ਬਾਪ ਦਾ ਫਰਮਾਨ ਹੈ ਬੱਚਿਆਂ ਨੂੰ, ਤੁਹਾਨੂੰ ਇਸ ਦੇਹ ਨੂੰ ਵੀ ਯਾਦ ਨਹੀਂ ਕਰਨਾ। ਆਪਣੇ ਨੂੰ ਆਤਮਾ ਸਮਝਣਾ ਹੈ। ਆਤਮਾ ਹੀ ਕਹਿੰਦੀ ਹੈ ਅਸੀਂ ਦੁਖੀ ਤੇ ਭ੍ਰਸ਼ਟਾਚਾਰੀ ਹਾਂ। ਇੱਥੇ ਤੇ ਰਾਜ ਹੀ ਮਾਇਆ ਦਾ ਹੈਗਾ। 5000 ਵਰਿਆਂ ਪਹਿਲੇ ਭਾਰਤ ਵਿੱਚ ਸ਼੍ਰੀ ਲਕਸ਼ਮੀ ਨਾਰਾਇਣ ਦਾ ਰਾਜ ਸੀ। ਜਿਵੇਂ ਰਾਜਾ ਰਾਣੀ ਹੁੰਦੇ ਹਨ, ਐਵੇਂ ਹੀ ਸਵਰਗ ਵਿੱਚ ਮਹਾਰਾਜਾ ਮਹਾਰਾਣੀ ਰਾਜ ਕਰਦੇ ਸਨ। ਕਹਿੰਦੇ ਵੀ ਹਨ ਹੈਵਨਲੀ ਗੋਡਫਾਦਰ। ਹੈਵਨ ਕੋਈ ਮੂਲ ਵਤਨ ਨੂੰ ਨਹੀਂ ਆਖਿਆ ਜਾਂਦਾ। ਇਹ ਯਾਦ ਰੱਖਣਾ, ਅਸੀਂ ਆਤਮਾ ਨਿਰਾਕਾਰੀ ਦੁਨੀਆ ਦੀ ਰਹਿਣ ਵਾਲੀਆਂ ਹਾਂ। ਹੋਰ ਕੋਈ ਦੇਹਧਾਰੀ ਦੀ ਯਾਦ ਨਾ ਆਵੇ। ਦੇਹ ਅਹੰਕਾਰ ਛੱਡ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰਨਾ ਹੈ। ਇਹ ਜੋ ਕੁਝ ਵੀ ਹੈਗਾ ਉਹ ਸਭ ਬਾਪ ਹਵਾਲੇ ਕਰ ਦੋ। ਕੁੰਭ ਦਾ ਮੇਲਾ ਵੀ ਇਸ ਨੂੰ ਹੀ ਆਖਿਆ ਜਾਂਦਾ ਹੈ। ਇਹ ਕੋਈ ਸੰਗਮ ਯੁੱਗ ਦਾ ਮੇਲਾ ਨਹੀਂ ਹੈਗਾ। ਸੰਗਮ ਕਿਹਾ ਹੀ ਜਾਂਦਾ ਹੈ ਕਲਯੁਗ ਅਤੇ ਸਤਯੁਗ ਦੀ ਆਦਿ ਨੂੰ। ਕਲਯੁਗ ਹੈ ਹੀ ਪਤਿਤ ਦੁਨੀਆ। ਇੱਥੇ ਕੋਈ ਵੀ ਪਾਵਨ ਨਹੀਂ। ਭਾਵੇਂ ਮਹਾਤਮਾ ਵੀ ਹਨ, ਪਰ ਪਾਵਨ ਤਾਂ ਕੋਈ ਨਹੀਂ। ਸਭ ਕਹਿੰਦੇ ਹਨ ਇਹ ਪਤਿਤ ਦੁਨੀਆ ਹੈ। ਕੁਝ ਵੀ ਜਾਣਦੇ ਨਹੀਂ। ਪਾਵਨ ਬਣਾਉਣ ਦੇ ਲਈ ਹੀ ਹੁਣ ਪਰਮਾਤਮਾ ਆਏ ਹਨ। ਫਿਰ ਗੰਗਾ ਵਿੱਚ ਇਸ਼ਨਾਨ ਵੀ ਕਰਦੇ ਹਨ ਤੇ ਜ਼ਰੂਰ ਪਤਿਤ ਹਨ ਤਾਂ ਹੀ ਤੇ ਕਰਦੇ ਹਨ। ਹੁਣ ਬਾਪ ਆਏ ਹਨ ਸਭ ਨੂੰ ਪਾਵਨ ਬਣਾ ਕੇ ਵਾਪਸ ਲੈ ਜਾਣ ਲਈ। ਬਾਪ ਆਖਦੇ ਹਨ ਮੈਂ ਉਦੋਂ ਆਉਂਦਾ ਹਾਂ ਜਦ ਬਹੁਤ ਭ੍ਰਸ਼ਟਾਚਾਰੀ ਹੁੰਦੇ ਹਨ। ਮਨੁੱਖ ਬਹੁਤ ਦੁਖੀ ਹੋ ਜਾਂਦੇ ਹਨ। ਮੈਂ ਆਕਰ ਇਨ੍ਹਾਂ ਸਭ ਦਾ ਉद्धार ਕਰਦਾ ਹਾਂ। ਮੈਂ ਸਾਰੇ ਸਾਧੂ ਸੰਤਾਂ ਦਾ, ਗਣਿਕਾਵਾਂ ਦਾ ਆ ਕੇ ਉद्धार ਕਰਦਾ ਹਾਂ, ਕਿਉਂਕਿ ਉਹ ਤਾਂ ਪਾਵਨ ਆਤਮਾਵਾਂ ਸਨ ਨਹੀਂ। ਪਤਿਤ ਦੁਨੀਆ ਵਿੱਚ ਕੋਈ ਵੀ ਪਾਵਨ ਨਹੀਂ। ਪਾਵਨ ਦੁਨੀਆ ਵਿੱਚ ਕੋਈ ਪਤਿਤ ਨਹੀਂ ਹੁੰਦਾ। ਹੁਣ ਤੁਸੀਂ ਆਏ ਹੀ ਹੋ ਬਾਪ ਕੋਲ ਪਾਵਨ ਬਣਨ ਲਈ। ਸਾਧੂ ਸੰਤ ਸਭ ਨੂੰ ਪਾਵਨ ਬਣਾਉਣਾ ਮੇਰਾ ਹੀ ਕੰਮ ਹੈਗਾ। ਪ੍ਰਾਚੀਨ ਰਾਜਯੋਗ ਮੈਂ ਹੀ ਆ ਕੇ ਸਿਖਾਉਂਦਾ ਹਾਂ। ਪ੍ਰਾਚੀਨ ਮਹਾਤਮਾਵਾਂ ਆਦਿ ਤਾਂ ਕਹਿਣਗੇ ਵੀ ਪਰਮਾਤਮਾ ਬੇਅੰਤ ਹੈਗਾ। ਉਹ ਰਚਤਾ ਅਤੇ ਉਸ ਦੀ ਰਚਨਾ ਨੂੰ ਵੀ ਬੇਅੰਤ ਹੀ ਆਖਦੇ ਹਨ। ਤਾਂ ਫਿਰ ਨਿਰਵਾਣ ਧਾਮ ਕਿਵੇਂ ਲੈ ਜਾਵਾਂਗਾ? ਉਹਨਾਂ ਨੂੰ ਤੇ ਪਤਾ ਹੀ ਨਹੀਂ ਕਿ ਜੀਵਨ ਮੁਕਤੀ ਵੀ ਭਾਰਤ ਵਿੱਚ ਹੀ ਸੀ। ਉਸ ਸਮੇਂ ਹੋਰ ਕੋਈ ਧਰਮ ਨਹੀਂ ਸੀ, ਸਿਰਫ ਸੂਰਜਵੰਸ਼ੀ ਅਤੇ ਚੰਦਰਵੰਸ਼ੀ ਸੀ। ਫਿਰ ਸੂਰਜਵੰਸ਼ੀ ਬਦਲ ਚੰਦਰਵੰਸ਼ੀ ਬਣੇ। ਪੁਨਰ ਜਨਮ ਵਿੱਚ ਤੇ ਆਉਣਾ ਹੀ ਪੈਂਦਾ ਹੈ। 84 ਪੁਨਰ ਜਨਮ ਲੈਂਦੇ ਹਨ। 84 ਲੱਖ ਨਹੀਂ ਹਨ। ਇਹ ਤਾਂ ਵੱਡਾ ਗੋਪੌੜਾ ਲਗਾ ਦਿੱਤਾ ਹੈ। ਬ੍ਰਹਮਾ ਦਾ ਦਿਨ ਅਤੇ ਬ੍ਰਹਮਾ ਦੀ ਰਾਤ ਤਾਂ 84 ਜਨਮ ਚਾਹੀਦੇ ਹਨ। ਬਾਪ ਬੈਠ ਸਮਝਾਉਂਦੇ ਹਨ ਹੁਣ ਕਿਸੇ ਨੂੰ ਵੀ ਯਾਦ ਨਾ ਕਰੋ। ਅਸੀਂ ਆਤਮਾ ਮੋਸਟ ਬਿਲਵਡ ਪਰਮਪਿਤਾ ਪਰਮਾਤਮਾ ਦੀ ਸੰਤਾਨ ਹਾਂ। ਇਵੇਂ ਨਹੀਂ ਕਿ ਸਭ ਪਰਮਾਤਮਾ ਦੇ ਰੂਪ ਹਨ। ਇਹ ਤਾਂ ਹੋ ਨਹੀਂ ਸਕਦਾ। ਬਾਪ ਇੱਕ ਹੀ ਹੈ, ਬਾਕੀ ਸਭ ਹਨ ਬੱਚੇ। ਆਤਮਾਵਾਂ ਸਭ ਬਹਾਦੁਰ ਹਨ। ਫਿਰ ਜਦ ਸਰੀਰ ਵਿੱਚ ਆਉਂਦੀਆਂ ਹਨ ਤੇ ਪ੍ਰਜਾਪਿਤਾ ਬ੍ਰਹਮਾ ਨੂੰ ਗ੍ਰੇਟ ਗ੍ਰੈਂਡਫਾਦਰ ਆਖਿਆ ਜਾਂਦਾ ਹੈ। ਪਹਿਲੇ ਹਨ ਬ੍ਰਾਹਮਣ। ਭਾਰਤ ਵਿੱਚ ਵਿਰਾਟ ਰੂਪ ਵੀ ਵਿਖਾਉਂਦੇ ਹਨ। ਬ੍ਰਾਹਮਣ ਹੈ ਚੋਟੀ। ਭਗਵਾਨ ਨੂੰ ਸਭ ਤੇ ਉੱਚਾ ਹੀ ਆਖਿਆ ਜਾਂਦਾ ਹੈ। ਬ੍ਰਾਹਮਣ ਚੋਟੀ ਭਗਵਾਨ ਦੀ ਉੱਚੇ ਤੇ ਉੱਚੀ ਸੰਤਾਨ ਹਨ। ਹੁਣ ਤੁਸੀਂ ਈਸ਼ਵਰੀय ਔਲਾਦ ਬਣੇ ਹੋ। ਸ਼ਿਵ ਬਾਬਾ ਦੇ ਪੋਤਰੇ ਅਤੇ ਪੋਤਰੀਆਂ ਹੋ। ਪ੍ਰਜਾਪਿਤਾ ਬ੍ਰਹਮਾ ਦੇ ਬੱਚੇ ਹੋ। ਸ਼ਿਵ ਬਾਬਾ ਦੇ ਬੱਚੇ ਤੇ ਤਾਂ ਸਾਰੀਆਂ ਆਤਮਾਵਾਂ ਹਨ। ਤੁਸੀਂ ਵਰਸਾ ਸ਼ਿਵ ਬਾਬਾ ਤੋਂ ਲੈਣਾ ਹੈ। ਸ਼ਿਵ ਬਾਬਾ ਹੁਣ ਸਭ ਦੀ ਝੋਲੀ ਭਰਨ ਲਈ ਆਏ ਹੋਏ ਹਨ। ਸ਼ਿਵ ਬਾਬਾ ਨੂੰ ਆਖਿਆ ਹੀ ਜਾਂਦਾ ਹੈ ਨਿਰਾਕਾਰ। ਇੱਥੇ ਤਾਂ ਕਿੰਨਿਆਂ ਦੀ ਪੂਜਾ ਕਰਦੇ ਹਨ।
ਕਦੇ ਹਨੂਮਾਨ ਦੇ ਮੰਦਿਰ ਵਿੱਚ ਜਾਂਦੇ ਹਨ। ਭਾਵਨਾ ਦਾ ਪਹਾੜਾ ਫਿਰ ਸਭ ਨੂੰ ਮਿਲਦਾ ਹੈ। ਹਨੂਮਾਨ ਦੇ ਮੰਦਿਰ ਵਿੱਚ ਜਾ ਕੇ ਵੀ ਕਹਿੰਦੇ ਤਵਮੇਵ ਮਾਤਾ ਚ ਪਿਤਾ ਤਵਮੇਵ। ਉਹ ਕਿਵੇਂ ਹੋ ਸਕਦਾ ਹੈ? ਸਭ ਦਾ ਸਦਗਤੀ ਦਾਤਾ, ਸਭ ਨੂੰ ਪਾਵਨ ਬਣਾਉਣ ਵਾਲਾ ਤੇ ਇੱਕ ਹੀ ਹੈ। ਉਹ ਹੀ ਗਿਆਨ ਦਾ ਸਾਗਰ ਹੈ। ਉਸ ਜੋ ਗਿਆਨ ਸਾਗਰ ਤੋਂ ਜੋ ਨਦੀਆਂ ਨਿਕਲਦੀਆਂ ਹਨ, ਉਹ ਤੇ ਪਾਣੀ ਦੀ ਨਦੀਆਂ ਹਨ। ਪਾਣੀ ਤਾਂ ਪਾਵਨ ਬਣਾ ਨਹੀਂ ਸਕਦਾ, ਫਿਰ ਪਾਣੀ ਵਿੱਚ ਜਾ ਕੇ ਹੀ ਨਹਾਉਂਦੇ ਰਹਿੰਦੇ ਨੇ। ਪਾਣੀ ਨੂੰ ਪਤਿਤ ਪਾਵਨ ਨਹੀਂ ਕਹਿ ਸਕਦੇ। ਇਸ਼ਨਾਨ ਤੇ ਗਿਆਨ ਵਿੱਚ ਕਰਨਾ ਹੈ, ਜਿਸ ਤੋਂ ਤੁਸੀਂ ਪਾਵਨ ਬੰਦੇ ਹੋ। ਇਹ ਹੈ ਪਤਿਤ ਦੁਨੀਆ। ਭਾਰਤ ਵਾਸੀ ਜਾਣਦੇ ਹਨ 5000 ਵਰ੍ਹਿਆਂ ਪਹਿਲੇ ਭਾਰਤ ਵਿੱਚ ਲਕਸ਼ਮੀ ਨਾਰਾਇਣ ਦਾ ਰਾਜ ਸੀ। ਹੋਰ ਕੋਈ ਖੰਡ ਨਹੀਂ ਸੀ। 5000 ਵਰ੍ਹਿਆਂ ਦੀ ਗੱਲ ਤੁਸੀਂ ਭੁੱਲ ਗਏ ਹੋ। ਫਿਰ ਉਹਨਾਂ ਨੂੰ ਗੱਲਾਂ ਕਰਕੇ ਯਾਦ ਦਿਲਾਣਾ ਚਾਹੀਦਾ ਹੈ। ਹੁਣ ਇੰਨੀ ਵਿਰਿੱਧੀ ਹੋ ਗਈ ਹੈ। ਬੱਚੇ, ਇਹ ਹਮੇਸ਼ਾ ਯਾਦ ਰੱਖੋ, ਜਦ ਸੁਣਦੇ ਹੋ ਇਹ ਤਾਂ ਸਮਝਣਾ ਹੈ ਇਹ ਦਾਦਾ ਹੈ ਜਾਂ ਬ੍ਰਹਮਾ ਬੋਲਦਾ ਹੈ। ਸ਼ਿਵ ਬਾਬਾ ਜੋ ਸਭ ਦਾ ਰਚਤਾ ਹੈ, ਉਹ ਬੈਠ ਰਚਦਾ ਦਾ ਰਾਜ ਸਮਝਾਉਂਦੇ ਹਨ। ਹੁਣ ਤੁਸੀਂ ਬਾਪ ਨੂੰ ਜਾਣ ਗਏ ਹੋ। ਪਹਿਲੇ ਨਹੀਂ ਜਾਣਦੇ ਸੀ। ਪਹਿਲੇ ਤਾਂ ਨਾਸਤਿਕ ਸੀ, ਹੁਣ ਆਸਤਿਕ ਬਣੇ ਹੋ। ਆਸਤਿਕ ਤੇ ਤੁਸੀਂ ਬ੍ਰਾਹਮਣ ਹੋ, ਜਿਨ੍ਹਾਂ ਨੂੰ ਪੂਰਾ ਨਿਸ਼ਚੈ ਹੈਗਾ ਕਿ ਸਾਨੂੰ ਬਾਪ ਖੁਦ ਆ ਕੇ ਪੜ੍ਹਾਉਂਦੇ ਹਨ। ਪਹਿਲੇ ਤਾਂ ਨਹੀਂ ਜਾਣਦੇ ਸੀ, ਹੁਣ ਬਾਪ ਹੀ ਆ ਕੇ ਤ੍ਰਿਕਾਲਦਰਸ਼ੀ ਬਣਾਉਂਦੇ ਨੇ। ਬਾਪ ਆਖਦੇ ਨੇ ਦੇਵੀ ਦੇਵਤਾ ਵੀ ਤ੍ਰਿਕਾਲਦਰਸ਼ੀ ਨਹੀਂ ਹੈਗੇ, ਸਿਰਫ ਬ੍ਰਾਹਮਣ ਹੀ ਤ੍ਰਿਕਾਲਦਰਸ਼ੀ ਹਨ। ਇਹੀ ਬ੍ਰਾਹਮਣਾਂ ਦੀ ਚੋਟੀ ਹੈਗੀ। ਬ੍ਰਾਹਮਣਾਂ ਤਾਂ ਨਵੀਂ ਰਚਨਾ ਹੁੰਦੀ ਹੈ। ਤੁਸੀਂ ਹੋ ਸਭ ਤੇ ਉੱਤਮ। ਤੁਸੀਂ ਬਾਪ ਦੀ ਸ਼੍ਰੀਮਤ ਤੇ ਭਾਰਤ ਨੂੰ ਸ੍ਰੇਸ਼ਟ ਤੇ ਸ੍ਰੇਸ਼ਟ ਬਣਾਉਂਦੇ ਹੋ। ਸ਼੍ਰੀਮਤ ਭਗਵਾਨ ਦੀ ਹੀ ਗਾਈ ਹੋਈ ਹੈ, ਕ੍ਰਿਸ਼ਨ ਦੀ ਨਹੀਂ। ਅਸੀਂ ਆਤਮਾਵਾਂ ਨੂੰ ਹੁਣ ਬਾਪ ਦੁਆਰਾ ਆਰਗਨਸ ਦੁਆਰਾ ਗਿਆਨ ਮਿਲਦਾ ਹੈ। ਅਸੀਂ ਆਤਮ ਅਭਿਮਾਨੀ ਬੰਦੇ ਹਾਂ। ਹੁਣ ਬਾਪ ਆਕਰ ਗਿਆਨ ਦਿੰਦੇ ਹਨ, ਕਹਿੰਦੇ ਹਨ ਮੈਂ ਫਿਰ ਤੋਂ ਆਦਿ ਸਨਾਤਨ ਦੇਵੀ ਦੇਵਤਾ ਧਰਮ ਦੀ ਸਥਾਪਨਾ ਕਰਨ ਆਇਆ ਹਾਂ। ਹੁਣ ਕਹਿੰਦੇ ਹਨ ਮਨੁੱਖ 84 ਲੱਖ ਜਨਮ ਕਿਵੇਂ ਲੈਂਦੇ ਹਨ? ਕੀ ਸਭ ਲੈਂਦੇ ਹਨ? ਇੰਨੇ ਲੱਖ ਜਨਮ ਹੋਣ ਤਾਂ ਉਸ ਦੇ ਲਈ ਬਹੁਤ ਵੱਡਾ ਕਲਪ ਚਾਹੀਦਾ ਹੈ। ਇਹ ਹੀ ਤੁਹਾਡਾ ਇਹ ਡਰਾਮਾ ਅਨੁਸਾਰ ਖੇਡ ਬਣਾਇਆ ਹੋਇਆ ਹੈ। ਹਰ ਇੱਕ ਆਪਣਾ ਪਾਰਟ ਵਜਾਉਂਦਾ ਹੈ। ਮੂਲ ਵਤਨ ਸੂਖਸ਼ਮ ਵਤਨ ਨੂੰ ਵੀ ਤੁਸੀਂ ਬੱਚੇ ਹੀ ਜਾਣਦੇ ਹੋ। ਤੁਸੀਂ ਹੋ ਸਵਦਰਸ਼ਨ ਚੱਕਰਧਾਰੀ। ਉਹ ਵਿਸ਼ਨੂੰ ਨੂੰ ਸਵਦਰਸ਼ਨ ਚੱਕਰਧਾਰੀ ਕਹਿੰਦੇ ਹਨ। ਬਾਪ ਸਮਝਾਉਂਦੇ ਹਨ ਵਿਸ਼ਨੂੰ ਦੇ 2 ਰੂਪ ਲਕਸ਼ਮੀ ਨਾਰਾਇਣ ਸਵਰਗਵਾਸੀ ਹਨ, ਸਵਦਰਸ਼ਨ ਚੱਕਰਧਾਰੀ ਨਹੀਂ ਹੈ। ਸਵਦਰਸ਼ਨ ਚੱਕਰਧਾਰੀ ਤੇ ਤੁਸੀਂ ਬ੍ਰਾਹਮਣ ਹੋ, ਕਿੰਨਾ ਫਰਕ ਹੋ ਜਾਂਦਾ ਹੈ। ਉਹ ਫਿਰ ਕਹਿੰਦੇ ਹਨ ਕ੍ਰਿਸ਼ਨ ਦਾ ਸਵਦਰਸ਼ਨ ਚੱਕਰ ਸੀ। ਲੜਾਈ ਦੇ ਮੈਦਾਨ ਵਿੱਚ ਚੱਕਰ ਚਲਾਇਆ, ਫਿਰ ਕੌਰਵ ਮਾਰੇ ਗਏ। ਪਰ ਦੇਵਤਾ ਕਦੇ ਵੀ ਹਿੰਸਾ ਥੋੜੇ ਹੀ ਕਰਦੇ ਹਨ। ਉਹ ਤਾਂ ਡਬਲ ਅਹਿੰਸਕ ਹਨ। ਨਾ ਉਹਨਾਂ ਵਿੱਚ ਵਿਕਾਰ ਹੈ, ਨਾ ਲੜਾਈ। ਸਭ ਤੋਂ ਵੱਡੀ ਹਿੰਸਾ ਹੈ ਇੱਕ ਦੂਜੇ ਨੂੰ ਵਿਸ਼ ਪਿਲਾਉਣਾ, ਕਾਮ ਕਟਾਰੀ ਚਲਾਉਣਾ। ਬਾਪ ਆਖਦੇ ਹਨ ਇਸ ਤੋਂ ਆਦ ਮੱਧ ਅੰਤ ਦੁੱਖ ਭੋਗਦੇ ਆਏ ਹੋ। ਸਤਯੁਗ ਵਿੱਚ ਕਾਮ ਕਟਾਰੀ ਨਹੀਂ ਚਲਦੀ ਸੀ, ਵਾਈਸਲੈਸ ਰਾਜ ਸੀ। ਹੁਣ ਦੇਖੋ ਕਿੰਨਾ ਨਿਰਵਿਕਾਰੀ ਦੁਨੀਆ ਬਣ ਗਈ ਹੈ। ਇਹ ਸਭ ਚੀਜ਼ਾਂ ਫੇਰ ਨਿਕਲਣਗੀਆਂ। 100 ਵਰ੍ਹਿਆਂ ਦੇ ਅੰਦਰ ਦੇਖੋ ਕਿੰਨੀਆਂ ਚੀਜ਼ਾਂ ਨਿਕਲੀਆਂ ਨੇ। ਇਹ ਸਾਰੀਆਂ ਚੀਜ਼ਾਂ ਸੁੱਖ ਵੀ ਤੇ ਦੁੱਖ ਵੀ ਦਿੰਦੀਆਂ ਨੇ। ਇਸ ਨੂੰ ਮਾਇਆ ਦਾ ਪੰਪ ਆਖਿਆ ਜਾਂਦਾ ਹੈ। ਵਿਨਾਸ਼ ਹੋਵੇ ਇਹ ਤਾਂ ਚੰਗਾ ਹੀ ਹੈ ਨਾ। ਕਹਿੰਦੇ ਵੀ ਹਨ ਪਤਿਤ ਪਾਵਨ ਆਓ, ਤੇ ਆ ਕੇ ਕੀ ਕਰਾਂ? ਪਾਵਨ ਹੀ ਤੇ ਬਣਾਵਾਂਗਾ ਨਾ। ਤੇ ਪਾਵਨ ਬਣਾਉਣ ਲਈ ਹੁਣ ਮੈਂ ਡਾਇਰੈਕਸ਼ਨ ਦਿੰਦਾ ਹਾਂ ਕਿ ਤੁਸੀਂ ਪਾਵਨ ਬਣੋ। ਪਵਿੱਤਰ ਆਤਮਾਵਾਂ ਹੀ ਸਵਰਗ ਵਿੱਚ ਆਉਣਗੀਆਂ।
इस समय सब पतित हन, ताही ਤਾਂ याद करते ਹਨ कि आओ। बाप ही ड्रामा ਦੇ ਬੰਧਨ ਵਿੱਚ ਬੰਧਿਆ ਹੋਇਆ ਹੈ। बाप ਕਹਿੰਦੇ ਹਨ ਜਦ ਸਭ ਦੁਖੀ ਹੋ ਜਾਂਦੇ ਹਨ ਤਾਂ ਹੀ ਮੈਨੂੰ ਆਉਣਾ ਪੈਂਦਾ ਹੈ। ਕਲਯੁਗ ਅੰਤ ਅਤੇ ਸਤਯੁਗ ਆਦਿ ਦਾ ਇਹ ਸੰਗਮ ਹੈ। ਉਹ ਸੰਗਮ ਤੇ ਕੁੰਭ ਦਾ ਮੇਲਾ ਕਰਦੇ ਹਨ। ਉਹ ਹੈ ਪਾਣੀ ਦੇ ਸਾਗਰ ਅਤੇ ਨਦੀਆਂ ਦਾ ਮੇਲਾ। ਤੁਸੀਂ ਕਰੋਗੇ ਇਹ ਹੈ परम पिता, ਤੁਸੀਂ ਕਹੋਗੇ ਇਹ परम पिता परमात्मा ਅਤੇ ਅਸੀਂ ਆਤਮਾਵਾਂ ਦਾ ਮੇਲਾ ਹੈਗਾ। ਬਾਬਾ ਨੂੰ ਆਪਣਾ ਸਰੀਰ ਤੇ ਨਹੀਂ ਹੈ। ਬਾਪ ਆਖਦੇ ਹਨ ਬੱਚੇ ਮੈਨੂੰ ਨੌਲੇਜ ਦੇਣ ਦੇ ਲਈ ਤਨ ਜ਼ਰੂਰ ਚਾਹੀਦਾ ਹੈ, ਨਹੀਂ ਤੇ ਮੈਂ ਕਿਵੇਂ ਗੱਲ ਕਰਾਂਗਾ। ਇਸ ਲਈ ਮੈਂ ਇਹਨਾਂ ਦਾ ਆਧਾਰ ਲੈ ਕੇ ਆਂਦਾ ਹਾਂ। ਮੈਨੂੰ ਜ਼ਰੂਰ ਪਤਿਤ ਦੁਨੀਆ ਤੇ ਪਤਿਤ ਸਰੀਰ ਵਿੱਚ ਆਣਾ ਪੈਂਦਾ ਹੈ। ਹੁਣ ਸਾਰੇ ਸਾਂਵਰੇ ਬਣ ਗਏ ਹਨ। ਬਾਪ ਆਖਦੇ ਹਨ ਤੁਸੀਂ ਸਵਰਗ ਵਿੱਚ ਗੋਰੇ ਸੀ, ਹੁਣ ਸਾਂਵਰੇ ਬਣੇ ਹੋ। ਮੈਂ ਇਸ ਬ੍ਰਹਮਾ ਦਾ ਆਧਾਰ ਲੈ ਕੇ ਤੁਹਾਨੂੰ ਸ਼ਾਮ ਤੋਂ ਸੁੰਦਰ ਬਣਾਉਂਦਾ ਹਾਂ। ਤੁਸੀਂ ਬੱਚੇ ਹੁਣ ਸ਼ਾਮ ਤੋਂ ਸੁੰਦਰ ਬੰਦੇ ਹੋ। ਅੱਛਾ ਮੀਠੇ ਮੀਠੇ ਸਿੱਕਿਲ ਦੇ ਬੱਚਿਆਂ ਪ੍ਰਤ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਨਮਸਤੇ। ਧਾਰਨਾ ਦੇ ਲਈ ਮੁੱਖ ਸਾਰ ਹੈ ਅਸੀਂ ਬ੍ਰਾਹਮਣ ਚੋਟੀ ਸਭ ਤੋਂ ਉੱਤਮ ਹਾਂ। ਇਸ ਨਸ਼ੇ ਵਿੱਚ ਰਹਿ ਸ਼੍ਰੀਮਤ ਤੇ ਭਾਰਤ ਨੂੰ ਸ੍ਰੇਸ਼ਟ ਤੇ ਸ੍ਰੇਸ਼ਟ ਬਣਾਉਣ ਦੀ ਸੇਵਾ ਕਰਨੀ ਹੈ। ਆਸਤਿਕ ਬਣਨਾ ਅਤੇ ਬਣਾਉਣਾ ਹੈ। ਦੇਹ ਅਹੰਕਾਰ ਨੂੰ ਛੱਡ ਕੇ ਆਤਮ ਅਭਿਮਾਨੀ ਬਣਨਾ ਹੈ। ਵਿਚਿੱਤਰ ਅਰਥਾਤ ਅਸ਼ਰੀਰੀ ਬਣਨ ਦਾ ਪੂਰਾ ਪੂਰਾ ਪੁਰਸ਼ਾਰਥ ਕਰਨਾ ਹੈ। ਅੱਜ ਦਾ ਵਰਦਾਨ ਹੈ ਸ੍ਰੇਸ਼ਟ ਪੁਰਸ਼ਾਰਥ ਦੁਆਰਾ ਹਰ ਸ਼ਕਤੀ ਅਤੇ ਗੁਣ ਦਾ ਅਨੁਭਵ ਕਰਨ ਵਾਲੇ ਅਨੁਭਵੀ ਮੂਰਤ ਭਵ। ਸਭ ਤੋਂ ਵੱਡੀ ਅਥਾਰਟੀ ਅਨੁਭਵ ਦੀ ਹੈ। ਜਿਵੇਂ ਸੋਚਦੇ ਅਤੇ ਕਹਿੰਦੇ ਹੋ ਕਿ ਆਤਮਾ ਸ਼ਾਂਤ ਸਵਰੂਪ ਸੁਖ ਸਵਰੂਪ ਹੈ, ਇਵੇਂ ਇੱਕ ਇੱਕ ਗੁਣ ਅਤੇ ਸ਼ਕਤੀ ਦਾ ਅਨੁਭਵ ਕਰੋ ਅਤੇ ਉਹਨਾਂ ਅਨੁਭਵਾਂ ਵਿੱਚ ਡੁੱਬ ਜਾਓ। ਜਦੋਂ ਕਹਿੰਦੇ ਹੋ ਸ਼ਾਂਤ ਸਵਰੂਪ ਤਾਂ ਸ਼ਾਂਤ ਸਵਰੂਪ ਵਿੱਚ ਖੁਦ ਨੂੰ ਦੂਜੇ ਨੂੰ ਸ਼ਾਂਤੀ ਦਾ ਅਨੁਭਵ ਹੋਵੇ। ਸ਼ਕਤੀਆਂ ਦਾ ਵਰਣਨ ਕਰਦੇ ਹੋ ਪਰ ਸ਼ਕਤੀ ਜਾਂ ਗੁਣ ਸਮੇਂ ਤੇ ਅਨੁਭਵ ਵਿੱਚ ਵੀ ਆਉਣ। ਅਨੁਭਵ ਦੀ ਸ਼ਕਤੀ ਸਭ ਤੋਂ ਵੱਡੀ ਸ਼ਕਤੀ ਹੈ। ਇਹ ਸ੍ਰੇਸ਼ਟ ਪੁਰਸ਼ਾਰਥ ਦੀ ਨਿਸ਼ਾਨੀ ਹੈ ਤਾਂ ਅਨੁਭਵ ਨੂੰ ਵਧਾਓ। ਅੱਜ ਦੀ ਮੁਰਲੀ ਦਾ ਸਲੋਗਨ ਹੈ ਸੰਪੰਨਤਾ ਦੀ ਅਨੁਭੂਤੀ ਦੁਆਰਾ ਸੰਤੁਸ਼ਟ ਆਤਮਾ ਬਣੋ ਤੇ ਅਪ੍ਰਾਪਤੀਆਂ ਦਾ ਨਾਮ ਨਿਸ਼ਾਨ ਵੀ ਨਹੀਂ ਰਹੇਗਾ। ਸੰਤੁਸ਼ਟਤਾ ਦੀ ਅਨੁਭੂਤੀ ਦੁਆਰਾ ਸੰਪੰਨਤਾ ਦੀ ਅਨੁਭੂਤੀ ਦੁਆਰਾ ਸੰਤੁਸ਼ਟ ਆਤਮਾ ਬਣੋ ਤਾਂ ਅਪ੍ਰਾਪਤੀ ਦਾ ਨਾਮ ਨਿਸ਼ਾਨ ਵੀ ਨਹੀਂ ਰਹੇਗਾ। ਓਮ ਸ਼ਾਂਤੀ।